अतुल क्यों तोलिया जाए। दूजा होए तां सूझी पाए। अतुल क्यों तोलिया जाए। दूजा होए तां सूझी पाए। तिस ते दूजा नाही कोई। तिसकी कीमत किकू होए। गुर प्रसाद बसै मन आए। ताको जाने दुविधा जाए। रहाऊ आप सराफ कसबटी लाए। आपे परखे आप चलाए। आपे तोले पूरा होए। आपे जाने एको सोए। माया का रूप तिसते होए। जिसनू मिले सो निर्मल होए। जिसनू लाए लगै तिस आए। सब सच दुखाले तां सच समाए। आपे लिवतांत है आपे। आप बुझाए आपे जापे। आपे सतगुर शब्द है आपे। नानक आख सुनाए आपे। आपे सतगुर शब्द है आपे। नानक आख सुनाए आपे। चबर छतर तख दे मालक ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸੁਭਾਈਮਾਨ ਗੁਰੂ ਪਿਆਰਿਓ, ਆਪ ਸਭ ਧੰਨਤਾ ਦੇ ਯੋਗ ਹੋ, ਵੱਡ ਭਾਗੇ ਹੋ। ਆਓ ਸਾਹਿਬਾਂ ਦੀ ਜੋ ਲੜੀਵਾਰ ਵਿਚਾਰ ਸ਼ਬਦ ਪੜ੍ਹ ਰਹੇ ਹਾਂ, ਵਿਚਾਰ ਦੀ ਆਰੰਭਤਾ ਕਰੀਏ। ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਆਪਸ ਵਿੱਚ ਗੁਰਫਤਿਹ ਦੀ ਸਾਂਝ ਪਾਈਏ। ਸਭਨਾਂ ਨੇ ਬੋਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ, ਉਹਨਾਂ ਵੱਲੋਂ ਉਚਾਰਨ ਕੀਤਾ ਹੋਇਆ ਪਾਵਨ ਬਚਨ ਸ਼ਬਦ ਆਪਾਂ ਆਪਸ ਵਿੱਚ ਮਿਲ ਕੇ ਸਾਂਝਾ ਕੀਤਾ ਹੈ। ਇਸ ਪਾਵਨ ਸ਼ਬਦ ਦੇ ਅੰਦਰ ਜੋ ਰਹਾਉ ਦਾ ਬੰਦ ਹੈ, ਉਹਦੇ ਵਿੱਚ ਗੁਰਦੇਵ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ, ਸਾਨੂੰ ਸਮਝਾਇਆ। ਤੇ ਸਮਝਾਉਣ ਦਾ ਗੁਰਦੇਵ ਪਾਤਸ਼ਾਹ ਜੀ ਦਾ ਵਿਸ਼ਾ ਕੀ ਆ, ਉਹ ਇਹ ਆ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਗੁਰ ਪ੍ਰਸਾਦ ਵਸੈ ਮਨ ਆਈ। ਗੁਰ ਪ੍ਰਸਾਦ ਗੁਰੂ ਦੀ ਕਿਰਪਾ, ਗੁਰ ਪ੍ਰਸਾਦ ਵਸੈ ਮਨ ਆਈ। ਮਨ ਦੇ ਵਿੱਚ ਗੁਰੂ ਦੀ ਕਿਰਪਾ ਸਦਕਾ ਵਸ ਜਾਂਦਾ ਹੈ। ਕੌਣ? ਮਨ ਵਿੱਚ ਵਸ ਜਾਂਦਾ ਹੈ। ਕੀ?
ਜਿਹਦੀ ਗੱਲ ਕਰ ਰਹੇ ਨੇ ਉਹ ਕੌਣ ਆ, ਕੀ ਆ, ਜਿਹੜਾ ਮਨ ਵਿੱਚ ਵਸ ਜਾਂਦਾ। ਗੁਰ ਪ੍ਰਸਾਦ ਵਸੈ ਮਨ ਆਏ, ਤਾਂ ਕੋ ਜਾਣੈ। ਜਦੋਂ ਉਹ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਮੇਰੇ ਅੰਦਰ ਦੀ ਇਸ ਹਿਰਦੇ ਦੀ ਕੋਠੜੀ ਵਿੱਚ ਸੁਸ਼ੋਭਿਤ ਹੋ ਜਾਂਦਾ ਹੈ, ਤਾਂ ਕੋ ਜਾਣੈ ਦੁਬਿਧਾ ਜਾਏ। ਤੇ ਮੇਰੇ ਜੀਵਨ ਦੀਆਂ ਜਿੰਨੀਆਂ ਵੀ ਦੁਬਿਧਾਵਾਂ ਨੇ, ਦੁਚਿੱਤੇਪਣ ਨੇ, ਅੰਦਰ ਦੇ ਖਿਆਲ ਕੁਝ ਹੋਰ ਤੇ ਤਨ ਦੇ ਖਿਆਲ ਕੁਝ ਹੋਰ ਨੇ, ਤੇ ਸਾਰੀ ਖਤਮ ਹੋ ਜਾਂਦੇ ਆ। ਦੁਨੀਆ ਦੇ ਵਿੱਚ ਆਪਾਂ ਬੜਾ ਕੁਛ ਪਾਇਆ, ਬਹੁਤ ਜ਼ਿਆਦਾ ਕੁਛ ਪਾਇਆ। ਬੰਦੇ ਨੇ ਜਨਮ ਤੋਂ ਲੈ ਕੇ ਮਰਨ ਤੱਕ ਕੁਛ ਪ੍ਰਾਪਤੀ ਕੀਤਾ, ਪਰ ਉਹ ਜੋ ਪ੍ਰਾਪਤ ਕੀਤਾ ਉਹ ਕਿਸੇ ਲੇਖੇ ਵਿੱਚ ਆਇਆ ਜਾਂ ਨਾ ਆਇਆ, ਉਹ ਇੱਕ ਅਲੱਗ ਸਬਜੈਕਟ ਆ, ਅਲੱਗ ਦਾ ਵਿਸ਼ਾ। ਪਰ ਪ੍ਰਾਪਤ ਬਹੁਤ ਕੁਛ ਕੀਤਾ। ਜਨਮ ਹੋਇਆ, ਮਨੁੱਖਾ ਦੇਹ ਪ੍ਰਾਪਤ ਹੋਈ ਆ। ਜਨਮ ਹੋਇਆ ਨਾ, ਮਨੁੱਖਾ ਦੇਹ ਪ੍ਰਾਪਤ ਹੋਈ ਆ। ਇਸ ਜਨਮ ਹੋਣ ਤੋਂ ਬਾਅਦ, ਮਨੁੱਖਾ ਸਰੀਰ ਪ੍ਰਾਪਤ ਹੋਣ ਤੋਂ ਬਾਅਦ, ਫਿਰ ਇਸ ਮਨੁੱਖਾ ਸਰੀਰ ਦੀ ਲੋੜ ਸੀ ਭੋਜਨ। ਭੋਜਨ ਮਿਲਿਆ, ਹਰ ਇੱਕ ਨੂੰ ਮਿਲਿਆ। ਇਸ ਮਨੁੱਖਾ ਸਰੀਰ ਦੀ ਸਾਂਭ ਸੰਭਾਲ ਵਾਸਤੇ ਫਰੀ ਦੇ ਨੌਕਰ ਮਿਲੇ, ਮਾਤਾ ਪਿਤਾ ਮਿਲੇ ਹੀ ਆ ਕੁਛ। ਇਸ ਮਨੁੱਖਾ ਸਰੀਰ ਦੀ ਸਾਂਭ ਸੰਭਾਲ ਵਾਸਤੇ, ਇਹਦੀ ਦੇਖ ਰੇਖ ਵਾਸਤੇ ਮਾਤਾ ਪਿਤਾ ਫਰੀ ਦੇ ਨੌਕਰ ਮਿਲੇ। ਵੱਡਾ ਹੋਇਆ, ਦੁਨੀਆ ਵਿੱਚ ਵਿੱਦਿਆ ਪ੍ਰਾਪਤ ਕੀਤੀ। ਹੋਰ ਵੱਡਾ ਹੋਇਆ, ਘਰ ਦੇ ਵਿੱਚ ਪਤਨੀ ਦਾ ਰੂਪ ਬਣ ਕੇ ਕੋਈ ਧੀ, ਕੋਈ ਬੱਚੀ ਆਈ। ਹੋਰ ਵੱਡਾ ਹੋਇਆ, ਬੱਚੇ ਬੱਚੀਆਂ ਦਾ ਜਨਮ ਹੋਇਆ। ਮਤਲਬ ਮੇਰੇ ਕਹਿਣ ਤੋਂ ਭਾਵ, ਬੰਦਾ ਜਨਮ ਤੋਂ ਲੈ ਕੇ ਐਂਡ ਤੱਕ ਕੁਛ ਪਾ ਰਿਹਾ, ਕੁਝ ਪ੍ਰਾਪਤ ਕਰ ਰਿਹਾ ਗਾ, ਚਾਹੇ ਉਹ ਬਾਹਰੀ ਦ੍ਰਿਸ਼ਾ ਤੇ ਚਾਹੇ ਉਹ ਅੰਦਰੂਨੀ ਲੈਵਲ ਤੇ ਆ। ਅਗਲੀ ਗੱਲ, ਜਿੰਨਾ ਕੁਝ ਅਸੀਂ ਪਾਇਆ, ਜਿੰਨਾ ਕੁਝ ਅਸੀਂ ਪਾਇਆ, ਪ੍ਰਾਪਤ ਕੀਤਾ, ਜਿੰਨਾ ਕੁਝ ਅਸੀਂ ਗਵਾਇਆ, ਸਾਡੇ ਤੋਂ ਖੁੱਸ ਗਿਆ, ਇਹ ਸਭ ਕਾਸੇ ਨੇ, ਇਹ ਸਭ ਕਾਸੇ ਨੇ ਸਾਡੇ ਮਨ ਦੇ ਭੁਲੇਖਿਆਂ ਨੂੰ ਵਧਾਇਆ ਗਾ, ਘਟਾਇਆ ਨਹੀਂ। ਦੁਚਿੱਤੇਪਣ ਨੂੰ, ਦੁਬਿਧਾ ਦੇ ਵਿੱਚ ਫਸਿਆ ਹੋਇਆ ਮਨੁੱਖ ਦਿਨ ਰਾਤ ਦੁਬਿਧਾ ਦੇ ਵਿੱਚ ਹੋਰ ਫਸਦਾ ਰਿਹਾ। ਦੁਬਿਧਾ ਦੇ ਵਿੱਚੋਂ ਨਿਕਲਿਆ ਨਹੀਂ, ਦੁਬਿਧਾ ਦੇ ਵਿੱਚ ਸਗੋਂ ਵਧੇਕ ਫਸਦਾ ਰਿਹਾ। ਚਾਹੇ ਉਹ ਕੋਈ ਘਰਵਾਰੀ ਹੈ, ਗ੍ਰਸਤੀ ਜੀਵਨ ਦੇ ਵਿੱਚ ਜ਼ਿੰਦਗੀ ਜਿਉਂਦਾ, ਪਰਿਵਾਰ ਵਿੱਚ ਬੱਚਿਆਂ ਵਿੱਚ ਰਹਿੰਦਾ, ਕਮਾਈ ਕਰਦਾ, ਤੇ ਚਾਹੇ ਉਹ ਕੋਈ ਵੱਡੇ ਤੋਂ ਵੱਡਾ ਲੀਡਰ ਆਫੀਸਰ ਹੈ, ਚਾਹੇ ਉਹ ਕੋਈ ਦੁਨੀਆ ਨੂੰ ਧਰਮ ਦੇ ਨਾਲ ਜੋੜਨ ਵਾਲਾ ਕੋਈ ਆਪੂ ਬਣਿਆ ਸੰਤ, ਮਹੰਤ, ਬ੍ਰਹਮ ਗਿਆਨੀ, ਡੇਰੇਦਾਰ ਹੈ। ਸਭ ਹੀ ਦੁਬਿਧਾ ਦੇ ਵਿੱਚ ਫਸੇ ਹੋਏ ਨੇ। ਸਭ ਨੇ ਕਾਲੇ ਕੰਮ ਕੀਤੇ ਨੇ ਤੇ ਸਭ ਕਾਣੇ ਨੇ। ਬੜਾ ਕੁਝ ਪ੍ਰਾਪਤ ਕੀਤਾ, ਪਰ ਜੋ ਕੁਝ ਪ੍ਰਾਪਤ ਕੀਤਾ ਦੁਬਿਧਾ ਨਹੀਂ ਖਤਮ ਹੋਏਗੀ। ਇਹ ਅੰਕੜੇ ਆਪਾਂ ਕੱਢ ਕੇ ਦੇਖ ਲਓ ਵੀ ਆਪਣੇ ਅੰਦਰ ਵੀ ਨਾ ਦੁਬਿਧਾ ਆ ਗਈ, ਦੁਚਿੱਤਾਪਨ। ਇੱਕ ਗੱਲ ਪੋਜ਼ਿਟਿਵ ਆ ਰਹੀ ਹੈ, ਇੱਕ ਨੈਗੇਟਿਵ ਆ ਰਹੀ ਹੈ। ਇੱਕ ਖਿਆਲ ਕਹਿੰਦਾ ਕਰ ਲਾ ਕੁਛ, ਤੇ ਦੂਜਾ ਕਹਿੰਦਾ ਨਹੀਂ ਕਰਨਾ ਨਹੀਂ। ਫਿਰ ਬੰਦਾ ਉਲਝ ਗਿਆ ਵੀ ਜੇ ਕਰ ਲੈਂਦਾ ਐ ਹੋ ਜਾਂਦਾ, ਜੇ ਕਰ ਲਿਆ, ਜੇ ਨਾ ਕਰਦਾ ਤਾਂ ਬਚ ਜਾਂਦਾ। ਦੁਬਿਧਾ 'ਚ ਫਸ ਗਿਆ। ਮਤਲਬ ਮੇਰੇ ਕਹਿਣ ਤੋਂ ਮੁਰਾਦ ਇਹ ਆ ਵੀ ਜਿੰਨੇ ਵੀ ਅਸੀਂ ਦੁਨੀਆ ਦੇ ਵਿੱਚ
ਪਦਾਰਥ ਖੱਟੇ ਨੇ, ਚਾਹੇ ਉਹ ਖਾਣ ਦੇ ਰੂਪ 'ਚ ਆ, ਚਾਹੇ ਪਹਿਨਣ ਦੇ ਰੂਪ 'ਚ ਆ, ਚਾਹੇ ਹੰਢਾਉਣ ਦੇ ਰੂਪ 'ਚ ਆ, ਚਾਹੇ ਉਹ ਮਾਪਿਆਂ ਦੇ ਰੂਪ 'ਚ ਆ, ਚਾਹੇ ਉਹ ਬੱਚੇ ਬੱਚੀਆਂ ਦੇ ਰੂਪ 'ਚ ਆ, ਗੁਰੂ ਗਿਆਨ ਤੋਂ ਬਿਨਾਂ ਉਹ ਸਾਰੇ ਪਦਾਰਥਾਂ ਨੇ ਸਾਡਾ ਨੁਕਸਾਨ ਵੱਧ ਕੀਤਾ ਤੇ ਸਾਡਾ ਫਾਇਦਾ ਘੱਟ ਕੀਤਾ। ਹੁਣ ਸੱਚੇ ਪਾਤਸ਼ਾਹ ਕਹਿੰਦੇ ਇੰਨਾ ਕੁਝ ਤੂੰ ਪਾਇਆ, ਇੰਨਾ ਕੁਝ ਪਾਇਆ, ਜੇ ਤੂੰ ਥੋੜ੍ਹਾ ਜਿਹਾ ਨਾ ਬਚਪਨ ਤੋਂ ਲੈ ਕੇ ਮਰਨ ਤੱਕ ਦੇ ਸਾਰੇ ਸਫ਼ਰ ਦੇ ਵਿੱਚ ਸਭ ਕੁਝ ਜੋੜ ਕੇ ਵੇਖੇ, ਸਭ ਦਾ ਵਾਧਾ ਘਾਟਾ ਕਰਕੇ ਵੇਖੇ, ਤੂੰ ਬਹੁਤ ਕੁਝ ਪਾ ਲਿਆ, ਬਹੁਤ ਕੁਝ ਪਾ ਲਿਆ ਬਸ, ਪਰ ਇੱਕ ਚੀਜ਼ ਨਹੀਂ ਪਾਈ। ਇੱਕ ਵਸਤੂ, ਇੱਕ ਚੀਜ਼ ਉਹ ਨਹੀਂ ਪਾਈ ਜਿਸ ਚੀਜ਼ ਨੇ, ਜਿਸ ਵਸਤੂ ਨੇ ਮੇਰੇ ਮਨ ਦੀ ਦੁਬਿਧਾ ਨੂੰ ਖਤਮ ਕਰ ਦੇਣਾ ਸੀ। ਜਿਹਦੇ ਪਰਥਾਏ ਵਾਹਿਗੁਰੂ ਜੀ ਲਿਖਦੇ ਹਨ, ਦੁਬਿਧਾ ਨਾ ਪੜੂ, ਹਰ ਵੇਨ ਹੋਰ ਨਾ ਪੂਜੂ, ਮੜਾ ਮਸਾਨ ਨਾ ਜਾਈ। ਇਹੀ ਕਹਿੰਦੇ ਨਾ ਪਾਤਸ਼ਾਹ, ਕਹਿੰਦੇ ਫਿਰ ਮੇਰੀ ਜ਼ਿੰਦਗੀ 'ਚੋਂ ਦੁਬਿਧਾ ਹੀ ਖਤਮ ਹੋ ਗਈ ਭਾਈ। ਜਿਸ ਦਿਨ ਦਾ ਮੈਂ ਮੇਰੇ ਗੁਰੂ ਨੂੰ ਪਾਇਆ, ਆਹ ਸ਼ੁੱਧ ਗਿਆਨ ਪ੍ਰਾਪਤ ਕੀਤਾ ਨਾ, ਮੇਰੇ ਦਿਮਾਗ 'ਚੋਂ, ਮੇਰੇ ਮਨ 'ਚੋਂ ਦੁਬਿਧਾ ਖਤਮ ਹੋ ਗਈ, ਦੁਬਿਧਾ ਹੀ ਖਤਮ ਹੋ ਗਈ। ਦੁਬਿਧਾ ਦੇ ਸ਼ਿਕਾਰ ਤੋਂ ਮੈਂ ਬਚ ਗਿਆ। ਦੁਬਿਧਾ ਕੀ ਹੁੰਦੀ ਹੈ? ਥੋੜ੍ਹਾ ਜਿਹਾ ਨਕਸ਼ਾ ਬਣਾ ਲਓ, ਵੈਸੇ ਤੁਸੀਂ ਸਿਆਣੇ ਹੋ, ਮੰਨ ਲਵੋ ਵੀ ਆਪਾਂ ਰਸਤੇ ਵਿੱਚ ਜਾ ਰਹੇ ਹਾਂ, ਹਾਈਵੇ ਰੋਡ ਤੇ ਲਾ ਲਓ, ਕਿਸੇ ਤੇ ਵੱਡੇ ਰੋਡ ਤੇ ਇੱਕ ਭੱਜਿਆ ਆਇਆ ਪਸ਼ੂ ਆ ਗਿਆ, ਕੋਈ ਕੁੱਤਾ ਆ ਗਿਆ, ਉਹ ਰਸਤੇ ਦੇ ਬਿਲਕੁਲ ਐਨ ਵਿਚਕਾਰ ਆ ਕੇ ਖੜ ਗਿਆ, ਸੋਚਣ ਲੱਗ ਗਿਆ ਅੱਗੇ ਲੰਘਾਂ ਜਾਂ ਪਿੱਛੇ ਮੁੜਾਂ। ਹਾਲਾਤ ਦੋਨੇ ਭਿਆਨਕ ਬਣ ਗਏ। ਜੇ ਤਾਂ ਇੱਕੋ ਹੀ ਫੈਸਲਾ ਲੈ ਲੈਂਦਾ ਨਾ ਵੀ ਲੰਘਣਾ ਹੀ ਆ, ਲੰਘ ਜਾਂਦਾ। ਫੈਸਲਾ ਲੈ ਲੈਂਦਾ ਵੀ ਨਹੀਂ ਲੰਘਣਾ, ਖੜਾ ਰਹਿੰਦਾ, ਕੋਈ ਗੱਲ ਨਹੀਂ ਸੀ। ਪਰ ਉਹ ਇਧਰੋਂ ਤੁਰ ਪਿਆ, ਇੱਕ ਕੰਢੇ ਤੋਂ ਦੂਜੇ ਕੰਢੇ ਜਾਣ ਤੋਂ ਪਹਿਲਾਂ ਉਹ ਰਸਤੇ 'ਚ ਖੜ ਕੇ ਸੋਚੀ ਪੈ ਗਿਆ ਵੀ ਕੀ ਕਰਾਂ। ਬਸ ਸੋਚਦਿਆਂ ਪਤਾ ਉਦੋਂ ਲੱਗਿਆ ਜਦੋਂ ਦਰੜਿਆ ਗਿਆ। ਆਹੀ ਹਾਲਾਤ ਸੇਮ ਮਨੁੱਖ ਦੇ ਨੇ। ਮਨੁੱਖ ਤੁਰ ਪਿਆ, ਨਾ ਅਗਲੇ ਬੰਨੇ ਆ ਨਾ ਪਿਛਲੇ ਬੰਨੇ ਆ, ਨਾ ਤਾਂ ਪੂਰੀ ਕੁਆਲਿਟੀ ਬਣਾ ਸਕਿਆ ਤੇ ਨਾ ਹੀ ਜੀਰੋ ਪੱਖ ਤੇ ਰਹਿ ਸਕਿਆਗਾ। ਮਤਲਬ ਇਹ ਦੁਬਿਧਾ ਦੇ ਵਿੱਚ ਫਸਿਆ ਹੋਇਆ ਮਨੁੱਖ, ਮੇਰ ਤੇਰ ਦੇ ਵਿੱਚ ਫਸਿਆ ਹੋਇਆ ਮਨੁੱਖ, ਮੈਂ ਮੇਰੀ ਦੇ ਵਿੱਚ ਫਸਿਆ ਹੋਇਆ ਮਨੁੱਖ ਆਪਣੀ ਜ਼ਿੰਦਗੀ ਰਸਤੇ ਵਿੱਚ ਆਏ ਹੋਏ ਇੱਕ ਪਸ਼ੂ ਕੁੱਤੇ ਵਾਂਗ ਬਰਬਾਦ ਕਰ ਲੈਂਦਾ ਹੈ। ਇੱਥੇ ਗੁਰੂ ਸਾਹਿਬ ਨੇ ਆਹ ਲਿਖਿਆ ਗਾ, ਕਹਿੰਦੇ ਜੇ ਤੂੰ ਬੰਦਿਆ ਗੁਰ ਪ੍ਰਸਾਦ ਵਸੈ ਮਨ ਆਏ, ਗੁਰੂ ਬਖਸ਼ਿਸ਼ ਸਦਕਾ ਤੇਰੇ ਅੰਦਰ ਉਹ ਮਾਲਕ ਪਰਮੇਸ਼ਰ ਦੀ ਯਾਦ ਆ ਵਸਦੀ, ਤੂੰ ਆ ਜਾਂਦਾ, ਯਾਦ ਦੇ ਥੱਲੇ ਆ ਜਾਂਦਾ, ਉਹਦੀ ਯਾਦ ਨੂੰ ਆਪਣੀ ਹਿਰਦੇ ਰੂਪੀ ਕੋਠੜੀ ਦੇ ਵਿੱਚ ਵਸਾ ਲੈਂਦਾ, ਤਾਂ ਫਿਰ ਕੀ ਸੀਗਾ? ਪਾਤਸ਼ਾਹ ਜੀ ਕਹਿੰਦੇ ਤਾਂ ਕੋ ਜਾਣੈ ਦੁਬਿਧਾ ਜਾਏ, ਤੇਰੇ ਸਾਰੇ ਅੰਦਰ ਦੀ ਦੁਬਿਧਾ ਮੇਰ ਤੇਰ ਖਤਮ ਹੋ ਜਾਣੀ ਸੀ, ਸਾਰਾ ਕੁਝ ਖਤਮ ਹੋ ਜਾਣੀ ਸੀ, ਗੱਲ ਹੀ ਖਤਮ ਸੀ। ਫਿਰ ਕੀ ਕਹੇਗਾ ਰਹਾਓ। ਹੁਣ ਉਹ ਮੇਰ ਤੇਰ ਕੀ ਹੈ ਉਹ ਆਪਾਂ ਸੁਣ ਵੀ ਲੈਤਾ। ਥੋੜਾ ਜਿਹਾ ਅੱਗੇ ਗੁਰੂ ਸਾਹਿਬ ਨੇ ਨਕਸ਼ਾ ਬਣਾਇਆ ਗਾ, ਅਤੁੱਲ ਕਿਉਂ ਤੋਲਿਆ ਜਾਏ। ਉਹ ਪਰਮਾਤਮਾ ਇੰਨਾ ਕੁ ਵੱਡਾ, ਇੰਨਾ ਕੁ ਮਹਾਨ ਹੈ, ਜਿਹੜੇ ਨੇ ਅੰਦਰ ਆ ਕੇ ਵਸ ਕੇ ਸਾਨੂੰ ਦੁਬਿਧਾ ਦੇ ਵਿੱਚੋਂ ਬਚਾਉਣਾ, ਫਸਾਉਣਾ ਨਹੀਂ ਹੈ, ਜਿਹਨੇ ਸਾਨੂੰ ਝੂਠੇ ਜੰਜਾਲਾਂ ਤੋਂ ਬਚਾ ਲੈਣਾ। ਉਹ ਵਾਹਿਗੁਰੂ ਜੀ ਇੰਨਾ ਕੁ ਵੱਡਾ, ਪਰ ਉਹ ਵੱਡਾ ਵਾਹਿਗੁਰੂ ਪਰਮਾਤਮਾ ਫਿਰ ਅੰਦਰ ਕਿਵੇਂ ਟਿਕੂਗਾ? ਇਉਂ ਟਿਕੂਗਾ ਕਿਵੇਂ? ਸੌਖਾ ਮੰਨ ਲਓ ਫੋਨ ਦੀ ਜੋ ਵੀ ਮੈਂਬਰੀ ਜੀਵੀ ਹੈ ਨਾ, ਉਹ ਸਾਨੂੰ ਦਿਸ ਨਹੀਂ ਰਹੇਗੀ ਵੀ ਕਿੰਨੀ ਵੱਡੀ ਆ, ਉਹਦਾ ਆਕਾਰ ਕੀ ਆ, ਲੰਬਾਈ ਚੜਾਈ ਕੀ ਆ, ਪਰ ਆਪਾਂ ਨੂੰ ਪਤਾ ਵੀ ਉਹਨੇ ਡਾਟਾ ਬਹੁਤ ਜ਼ਿਆਦਾ ਸੰਭਾਲ ਲਿਆ। ਇਵੇਂ ਜਿਵੇਂ ਸਾਡਾ ਦਿਮਾਗ, ਹਿਰਦਾ, ਉਹ ਪਰਮਾਤਮਾ ਨੇ ਇੱਕ ਅਜਿਹੀ ਮੈਂਬਰੀ ਕਾਰਡ ਬਣਾਇਆ ਜਿਹਨੇ ਬਹੁਤ ਵੱਡੇ ਪਰਮੇਸ਼ਰ ਪਰਮਾਤਮਾ ਦੀ ਯਾਦ ਨੂੰ ਉਹਦੇ ਵਿੱਚ ਸੰਭਾਲ ਲਿਆ। ਇਸ ਮੈਂਬਰੀ ਵਿੱਚ ਨਾ ਪਤਾ ਹੀ ਨਹੀਂ ਕਿੰਨੇ ਕੁ ਫੋਲਡਰ ਨੇ, 2800 ਆ, 28000 ਆ, 28 ਲੱਖ ਆ, ਇਹਦਾ ਅੰਦਾਜ਼ਾ ਕੋਈ ਨਹੀਂਗਾ। ਫਿਰ ਵਾਹਿਗੁਰੂ ਜੀ ਨੇ ਤਾਈਓ ਕਿਹਾ ਅਤੁੱਲ ਕਿਉਂ ਤੋਲਿਆ ਜਾਏ। ਉਹ ਪਰਮਾਤਮਾ ਵਾਹਿਗੁਰੂ ਜੀ ਨੂੰ
ਕਿਸੇ ਵੀ ਤਰਾਜੂ ਦੇ ਨਾਲ, ਕਿਸੇ ਕੰਡੇ ਦੇ ਨਾਲ ਅਸੀਂ ਤੋਲ ਨਹੀਂ ਸਕਦੇ। ਕੌਣ ਤਰਾਜੂ, ਕਵਣ ਤੁਲਾ, ਤੇਰਾ ਕਵਣ ਸਰਾਹ ਬੁਲਾਵਾਂ, ਕਿੱਥੇ ਕੰਡਾ, ਕਿੱਥੇ ਤੈਨੂੰ ਕਿਵੇਂ ਤੋਲਾਂ, ਤੇ ਤੈਨੂੰ ਤੋਲਣ ਦੇ ਲਈ ਕਿਹਨੂੰ ਬੁਲਾਵਾਂ ਮੈਂ। ਕੌਣ ਤਰਾਜੂ, ਕਵਣ ਤੁਲਾ, ਤੇਰਾ ਕਵਣ ਸਰਾਹ ਬੁਲਾਵਾਂ। ਵਾਹਿਗੁਰੂ ਜੀ, ਮੈਂ ਤੈਨੂੰ ਤੋਲ ਨਹੀਂ ਸਕਦਾ, ਨਾਪ ਨਹੀਂ ਸਕਦਾ। ਤੈਨੂੰ ਨਾਪਣ ਤੋਲਣ ਵਾਸਤੇ ਦੂਰੋਂ ਨੇੜਿਓਂ ਮੈਂ ਆਪਣੀ ਬੁੱਧੀ ਦੇ ਮੁਤਾਬਕ, ਆਪਣੀ ਸੋਚ ਦੇ ਮੁਤਾਬਕ ਤੇਰੇ ਵਰਗਾ ਤੈਨੂੰ ਤੋਲਣ ਵਾਲਾ ਲਿਆ ਨਹੀਂ ਸਕਦਾ। ਮਤਲਬ ਉਹੀ ਕੰਡਾ ਵੇਟ ਕਰੂਗਾ ਜਿਸ ਕੰਡੇ ਨੂੰ ਚੱਕਣ ਵਾਲਾ ਬੰਦਾ ਖਾਸ ਹੋਵੇ, ਤੇ ਜਦੋਂ ਕੰਡਾ ਹੀ ਨਹੀਂ ਚੱਕ ਹੁੰਦਾਗਾ ਉਹ ਵਜਨ ਕੀ ਤੋਲੂਗਾ। ਬਸ ਇੱਥੇ ਗੁਰੂ ਸਾਹਿਬ ਨੇ ਸਾਨੂੰ ਸਮਝਾ ਦਿੱਤਾ, ਉਹ ਪਰਮੇਸ਼ਰ ਪਰਮਾਤਮਾ ਜਿਹਨੇ ਤੇਰੇ ਅੰਦਰ ਵਾਸਾ ਕਰਨਾ ਨਾ, ਦੁਬਿਧਾ ਦੇ ਵਿੱਚੋਂ ਤੈਨੂੰ ਬਚਾਉਣਾ ਹੈ, ਤੇ ਉਹ ਮਾਲਕ ਤਾਂ ਨਾ ਇੰਨਾ ਵੱਡਾ, ਉਹ ਤੋਲਿਆ ਨਹੀਂ ਜਾ ਸਕਦਾ। ਅਤੁੱਲ ਕਿਉਂ ਤੋਲਿਆ ਜਾਏ। ਫਿਰ ਪਾਤਸ਼ਾਹ ਜ਼ਿਕਰ ਕਰਦੇ ਨੇ, ਦੂਜਾ ਹੋਏ ਤਾਂ ਸੋਝੀ ਪਾਏ। ਚਲੋ ਫਿਰ ਸਾਨੂੰ ਤੀਜੇ ਪਾਤਸ਼ਾਹ ਨੇ ਸਮਝਾ ਦਿੱਤਾ, ਕਹਿੰਦੇ ਭਾਈ ਤੂੰ ਮੇਰੀਆਂ ਗੱਲਾਂ ਤੇ ਨਾ ਰਹਿ ਜੀ। ਗੁਰੂ ਸਾਹਿਬ ਜੀ ਦਾ ਸਾਨੂੰ ਆਪਣੀ ਪਾਵਨ ਬਾਣੀ ਵਿੱਚ ਸਮਝਾਉਣ ਦਾ ਨਾ ਆਗਾਜ਼ ਬੜਾ ਵੱਖਰਾ, ਲਹਿਜਾ ਉਹਨਾਂ ਦਾ ਗੱਲ ਕਰਨ ਦਾ ਤਰੀਕਾ, ਢੰਗ ਬਹੁਤ ਸੋਹਣਾ। ਰਹਾਉ ਦੇ ਬੰਦ ਵਿੱਚ ਤੇ ਪਹਿਲੇ ਬੰਦ ਵਿੱਚ ਸਾਨੂੰ ਸਮਝਾ ਦਿੱਤਾ ਗੁਰੂ ਸਾਹਿਬ ਨੇ। ਹੁਣ ਅਗਲੀ ਤੁਕ ਵਿੱਚ ਕੀ ਕਿਹਾ, ਕਹਿੰਦੇ ਤੂੰ ਸਾਡੇ ਤੇ ਵੀ ਨਾ ਰਹਿ ਜੀ, ਭੁਲੇਖਾ ਨਾ ਖਾ ਜੀ ਕਿਤੇ, ਕਿਉਂਕਿ ਬੰਦਾ ਭੁਲੇਖੇ ਬੜੇ ਖਾਂਦਾ। ਆਪਾਂ ਆਮ ਹੀ ਕਹਿੰਦੇ ਨੇ ਉਹ ਫਲਾਨੀ ਗੱਲ ਦਾ ਮੈਨੂੰ ਭੁਲੇਖਾ ਲੱਗ ਗਿਆ। ਬਹੁਤ ਬੰਦਾ ਭੁਲੇਖੇ ਖਾਂਦਾ ਗਾ। ਹੁਣ ਗੁਰੂ ਸਾਹਿਬ ਤੇ ਕਹਿੰਦੇ ਕਿਸੇ ਵਕਤ ਆਹ ਗੱਲਬਾਤ ਕਰਕੇ ਜਾਂ ਸੁਣ ਕੇ ਤੂੰ ਭੁਲੇਖਾ ਨਾ ਖਾ ਜੀ। ਕਿਸ ਚੀਜ਼ ਦਾ? ਆਹ ਚੀਜ਼ ਦਾ ਕਿ ਪਰਮਾਤਮਾ ਬਹੁਤ ਵੱਡਾ, ਉਹਨੂੰ ਨਾਪਿਆ ਤੋਲਿਆ ਨਹੀਂ ਜਾ ਸਕਦਾ। ਉਹ ਸਾਡੇ ਹਿਰਦੇ ਦੀ ਕੋਠੜੀ ਵਿੱਚ ਜਦੋਂ ਆ ਕੇ ਵਸ ਗਿਆ, ਤੇ ਉਹ ਪਰਮਾਤਮਾ ਨੇ ਸਾਡੀ ਮੇਰ ਤੇਰ, ਸਾਡੀ ਅੰਦਰ ਦੀ ਦੁਬਿਧਾ, ਦੁਚਿੱਤਾਪਣ, ਦੋ ਖਿਆਲੀ ਜੀਵਨ ਉਹਨੇ ਖਤਮ ਕਰ ਦੇਣਾ ਜਦੋਂ ਉਹ ਅੰਦਰ ਆ ਕੇ ਟਿਕ ਗਿਆ। ਜਦੋਂ ਉਹ ਪਰਮੇਸ਼ਰ ਨੇ ਸਾਡੇ ਬਾਰੇ ਜਾਣ ਲਿਆ ਵੀ ਦੀ ਅਵਸਥਾ ਕੀ ਆ, ਉਹ ਤਾਂ ਟਿਕਦਾ ਅੰਦਰ। ਜੇ ਸਾਡੀ ਅਵਸਥਾ ਹੀ ਗਲਤ ਆ ਨਾ, ਸਾਡੀ ਜਾਣਨ ਤੋਂ ਬਿਨੀ ਆ ਗਿਆ ਉਹ, ਫਿਰ ਗੜਬੜ ਹੋ ਜੂ। ਆਪਾਂ ਕਈ ਵਾਰ ਕਹਿੰਦੇ ਨਾ ਫਲਾਨਿਆਂ ਦੇ ਘਰੇ ਤਾਂ ਮੈਂ ਭੁਲੇਖੇ 'ਚ ਹੀ ਫਸ ਗਿਆ, ਬਸ ਨਹੀਂ ਮੈਂ ਕਾਹਨੂੰ ਇੱਥੇ ਆਉਣਾ ਸੀ, ਮੈਂ ਕੀ ਲੈਣ ਆਉਣਾ ਸੀ। ਆ ਫਲਾਨਿਆਂ ਨਾਲ ਤਾਂ ਮੇਰਾ ਪਤਾ ਹੀ ਨਹੀਂ, ਬਸ ਭੁਲੇਖੇ 'ਚ ਹੀ ਵਾਹ ਪੈ ਗਿਆ। ਤਾਂ ਬੰਦੇ ਵਾਲੇ ਘਟੀਆਂ ਨੇ, ਆਪਣੀਆਂ ਆਮ ਗੱਲਾਂ ਨੇ। ਗੁਰੂ ਸਾਹਿਬ ਕਹਿੰਦੇ ਉਹ ਮਨੁੱਖ ਦੀ ਅੰਦਰ ਦੀ ਭਾਵਨਾ ਜਾਣ ਕੇ ਫਿਰ ਟਿਕਦਾ। ਉਹ ਭੁਲੇਖਾ ਨਹੀਂ ਖਾਂਦਾ ਵਾਹਿਗੁਰੂ, ਉਹ ਨਹੀਂ ਦੁਬਿਧਾ ਚ ਆਉਂਦਾ ਗਾ, ਉਹ ਤਾਂ ਮੈਂ ਮੇਰੀ ਦੁਬਿਧਾ ਨੂੰ ਦੂਰ ਕਰਦਾ ਗਾ। ਫਿਰ ਪਾਤਸ਼ਾਹ ਜੀ ਕਹਿੰਦੇ ਨੇ ਇਹ ਮੈਂ ਮੇਰੀ ਦੁਬਿਧਾ ਕਿਵੇਂ ਦੂਰ ਹੋਵੇਗੀ? ਗੁਰੂ ਤੋਂ ਮਤ ਲੈ ਕੇ ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਜ ਜਨਾਂ ਸੋ ਸੰਗ ਨਾ ਛੁੱਟ ਕਿਓ, ਅਦਕ ਅਹਾਂ ਬੁੱਧ ਵਾਧੇ ਪਿਆਰੇ, ਇਨ ਵਿਦ ਮਿਲਣ ਨਾ ਜਾਈ। ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸੁਆਮੀ ਕੈ ਦੁਆਰੇ, ਦੀਜੈ ਬੁੱਧ ਬਵੇਕਾ। ਹਾਰ ਪਰਿਓ, ਇੱਕ ਤਾਂ ਹਾਰ ਤੋਂ ਭਾਵ ਨੀਵੇਂ ਹੋ ਕੇ ਆਉਣਾ ਆਪਾਂ, ਉਹ ਤੁਸੀਂ ਸਾਰੇ ਸੂਝਵਾਨ ਹੋ, ਸਿਆਣੇ ਹੋ, ਇਸ ਗੱਲ ਨੂੰ ਸਮਝਦੇ ਹੋ। ਹਾਰ ਭਰਿਓ ਸੁਆਮੀ ਕੈ ਦੁਆਰੇ, ਸੁਆਮੀ ਇੱਕ ਆਉਣਾ ਸੁਆਮੀ ਦੇ ਦਰਬਾਰ 'ਚ। ਸੁਆਮੀ ਦਾ ਅਰਥ ਹੁੰਦਾ ਮਾਲਕ। ਇਹ ਉਹ ਨਹੀਂ ਜਿਨ੍ਹਾਂ ਨੂੰ ਆਪਾਂ ਕਹਿੰਦੇ ਜੀ ਰਾਧਾ ਸੁਆਮੀ ਨੇ ਗੇ, ਉਹਨਾਂ ਦੀ ਕੋਈ ਗੱਲ ਨਹੀਂ ਹੈ। ਠੀਕ ਆ, ਬਣਿਆ ਫਿਰ ਅਗਲਾ ਆਪਣੇ ਆਪ ਨੂੰ ਕੁਛ ਮਰਜੀ, ਪਰ ਚੇਤਾ ਰੱਖਿਓ ਇੱਥੇ ਕਿ ਉਹਨਾਂ ਸਵਾਮੀਆਂ ਸੁਮੀਆਂ ਦੀ ਗੱਲ ਨਹੀਂ ਜਿਨ੍ਹਾਂ ਨੂੰ ਸਾਡੇ ਲੋਕ ਮੰਨਦੇ ਨੇ। ਇੱਥੇ ਸੱਚਾ ਸੁਆਮੀ ਕੌਣ ਆ? ਪਰਮੇਸ਼ਰ ਪਰਮਾਤਮਾ। ਸੱਚਾ ਰਾਧਾ ਕੌਣ ਆ? ਪਰਮੇਸ਼ਰ ਪਰਮਾਤਮਾ। ਸਾਡੇ ਲਈ, ਮੇਰੇ ਲਈ ਕੀ ਹੈ? ਸਭ ਕੁਛ ਆਪਣੇ ਲਈ, ਸਾਰਿਆਂ ਲਈ। ਭਾਵ ਗੁਰ ਈਸ਼ਰ, ਗੁਰ ਗੋਰਖ, ਬਰਮਾ ਗੁਰ ਪਾਰਵਤੀ ਮਾਈ। ਗੁਰੂ ਸਾਹਿਬ ਨੇ ਗੱਲ ਹੀ ਮੁਕਾਤਾ, ਮੇਰੇ ਲਈ ਗੋਰਖ, ਈਸ਼ਰ, ਬ੍ਰਹਮਾ, ਪਾਰਵਤੀ ਮਾਈ ਮੇਰਾ ਗੁਰੂ ਹੈ, ਸ਼ਬਦ ਹੈ। ਮੇਰੇ ਲਈ ਸਭ ਕੁਛ ਉਹੀ ਹੈ। ਤੀਰਥ ਨਹਾਵਣ ਜਾਉ ਤੀਰਥ ਨਾਮ ਹੈ, ਮੇਰੇ ਲਈ ਤੀਰਥ ਸਤ ਸੰਗਤ ਹੈ। ਗੁਰੂ ਨੇ ਸਾਨੂੰ ਸਮਝਾਇਆ, ਪਰ ਆਪਾਂ ਗੱਲ ਨੂੰ ਸਮਝਣਾ। ਫਿਰ ਸਤਿਗੁਰੂ ਪਾਤਸ਼ਾਹ ਜ਼ਿਕਰ ਕਰਦੇ ਨੇ, ਕਹਿੰਦੇ ਉਹ ਫਿਰ ਪਰਮੇਸ਼ਰ ਪਰਮਾਤਮਾ ਨਾ ਜਿਹੜਾ, ਉਹ ਭਾਈ ਸਾਨੂੰ ਦੁਬਿਧਾ ਤੋਂ ਦੂਰ ਕਰਕੇ ਸੋਹਣੀ ਮੱਤ ਦੇ ਦਿੰਦਾ ਗਾ, ਤੇ ਸਾਡੇ ਬਾਰੇ ਜਾਣਕਾਰੀ ਹਾਸਲ ਕਰਕੇ ਉਹ ਸਾਡੇ ਅੰਦਰ ਆ ਟਿਕਦਾ ਹੈ। ਇੱਕ ਗੱਲ ਥੋੜਾ ਜਿਹਾ ਮੈਂ ਹੋਰ ਇੱਥੇ ਕਹਿਣੀ ਚਾਹਾਂਗਾ। ਕਈ ਵਾਰ ਨਾ ਬੰਦਾ
ਬੰਦੇ ਬਾਰੇ ਜਾਣਕਾਰੀ ਦੇਵੇ, ਬੰਦਾ ਬੰਦੇ ਬਾਰੇ ਕੁਝ ਦੱਸੇ ਤਾਂ ਉੱਥੇ ਕੀ ਆ, ਉੱਥੇ ਗਲਤ ਵੀ ਹੋ ਸਕਦਾ ਹੈਗਾ। ਪਿਛਲੇ ਕਈ ਦਿਨਾਂ ਦੀ ਵਿਚਾਰ ਪਹਿਲਾਂ ਨਾ ਆਪਾਂ ਕੀਤੀ ਸੀ ਵੀ ਕੂੜ ਦਾ ਤਾਣਾ ਹੀ ਤਣੀ ਜਾਂਦਾ ਬੰਦਾ, ਕੂੜ ਦੇ ਸੂਟ ਹੀ ਬਣਾਈ ਜਾਂਦਾ ਹੈਗਾ, ਕੂੜ ਦੇ ਸੂਟ ਪਹਿਨੀ ਜਾਂਦਾ ਹੈਗਾ ਤੇ ਕੂੜ ਦੇ ਵਿੱਚ ਰੁੱਝਿਆ ਹੋਇਆ ਹੈਗਾ, ਕੂੜ ਦੇ ਵਿੱਚ ਤੁਰਿਆ ਫਿਰਦਾ ਨਾ। ਇਵੇਂ ਜਿਵੇਂ ਕਈ ਵਾਰ ਬੰਦਾ ਬੰਦੇ ਦੀ ਫੋਕੀ ਇੱਜ਼ਤ ਵਡਿਆਈ ਕਰਨੀ ਸ਼ੁਰੂ ਕਰ ਦਿੰਦਾ, ਉਦੋਂ ਦੂਰ ਹੋਣਾ। ਉਹ ਪਰਮਾਤਮਾ ਕਿਸੇ ਭੁਲੇਖੇ ਵਿੱਚ ਨਹੀਂ ਆਉਂਦਾ, ਉਹ ਪਰਮਾਤਮਾ ਕਿਸੇ ਤੋਂ ਜਾਣਕਾਰੀ ਨਹੀਂ ਲੈਂਦਾ, ਉਹ ਤਾਂ ਆਪ ਖੁਦ ਇਨਕੁਆਰੀ ਕਰਦਾ, ਜਾਣਕਾਰੀ ਲੈਂਦਾ ਗਾ, ਫਿਰ ਉਹ ਮਨੁੱਖੀ ਸਰੀਰ 'ਚ ਆ ਕੇ ਟਿਕਦਾ ਗਾ। ਬੰਦਾ ਕਿਸੇ ਦੀ ਗਲਤ ਜਾਣਕਾਰੀ ਲੈ ਕੇ ਗਲਤ ਮਿੱਤਰਤਾ ਪਾ ਸਕਦਾ, ਭੁਲੇਖਾ ਖਾ ਸਕਦਾ, ਪਰ ਉਹ ਨਹੀਂ ਖਾਂਦਾ ਗਾ। ਫਿਰ ਗੁਰੂ ਸਾਹਿਬ ਜੀ ਨੇ ਜ਼ਿਕਰ ਕੀ ਕੀਤਾ, ਉਹ ਪਰਮੇਸ਼ਰ ਪਰਮਾਤਮਾ ਸਭਨਾਂ ਦਾ ਰਾਖਾ ਸਾਡੇ ਹਿਰਦੇ ਵਿੱਚ ਆ ਕੇ ਭਾਈ ਟਿਕ ਜਾਂਦਾ ਹੈ। ਫਿਰ ਗੁਰੂ ਸਾਹਿਬ ਜੀ ਕਹਿੰਦੇ ਉਹਨੂੰ ਤੋਲਿਆ ਨਹੀਂ ਜਾ ਸਕਦਾ। ਦੂਜਾ ਭਾਈ ਜਿਹੜੀ ਆਪਾਂ ਗੱਲ ਕਰਦੇ ਸੀ, ਤੀਜੇ ਪਾਤਸ਼ਾਹ ਕਹਿੰਦੇ ਫਿਰ ਤੈਨੂੰ ਕੋਈ ਸ਼ੱਕ ਨਾ ਰਹਿ ਜੇ, ਇੱਕ ਕੰਮ ਕਰੀ ਪੁੱਤ ਤੂੰ। ਅਸੀਂ ਪੁੱਛ ਲਿਆ ਵੀ ਕਿਹੜਾ ਕੰਮ ਕਰਨਾ ਗਾ, ਚਲੋ ਪੁੱਛ ਤਾਂ ਲਈਏ ਨਾ। ਸੱਚੇ ਪਾਤਸ਼ਾਹ ਜੀ ਕਹਿੰਦੇ ਆਹ ਕੰਮ ਕਰੀ, ਦੂਜਾ ਹੋਏ ਤਾਂ ਸੋਝੀ ਪਾਏ। ਜੇ ਪ੍ਰਮਾਤਮਾ ਤੋਂ ਬਿਨਾ ਕੋਈ ਹੋਰ ਪ੍ਰਮਾਤਮਾ ਹੈ ਤਾਂ ਤੂੰ ਸ਼ੁੱਧ ਗਿਆਨ ਲੈ ਲਾ ਉਹ ਤੋਂ। ਫਿਰ ਇੱਥੇ ਨਾਲ ਜ਼ਿਕਰ ਕੀਤਾ ਸ਼ੁੱਧ ਗਿਆਨ ਦਾ, ਚੰਗਾ ਗਿਆਨ, ਵਧੀਆ ਗਿਆਨ, ਜੋ ਲੋਕ ਤੇ ਪਰਲੋਕ ਵਿੱਚ ਗਿਆਨ ਤੇਰੀ ਮਦਦ ਕਰੇ, ਉਹ ਗਿਆਨ ਪ੍ਰਾਪਤ ਕਰ ਲਾ। ਪਰ ਉਹ ਗਿਆਨ ਤਾਂ ਕਿਸੇ ਕੋਲੇ ਹੈ ਹੀ ਨਹੀਂਗਾ। ਆਪਾਂ 2 ਦਿਨ ਪਹਿਲਾਂ ਦੀ ਵਿਚਾਰ 'ਚ ਇਹ ਗੱਲ ਕੀਤੀ ਸੀ ਵੀ ਜਿਹੜਾ ਗੁਰੂ ਕਿਸੇ ਦੇ ਅੰਦਰ ਦੇ ਸਵਾਲਾਂ ਦਾ ਸ਼ੁੱਧ ਜਵਾਬ ਹੀ ਨਹੀਂ ਦੇ ਸਕਦਾ, ਉਹ ਗੁਰੂ ਕਾਹਦਾ। ਗੁਰੂ ਕੋਲ ਤਾਂ ਜਿੰਨੇ ਆਉਂਦੇ ਨੇ ਸਭ ਸਵਾਲ ਕਰਨ ਦੇ ਲਈ ਆਉਂਦੇ ਨੇ, ਜਿੰਨੇ ਵੀ ਆਉਂਦੇ ਨੇ, ਪਰ ਜਿਹੜਾ ਕੋਈ ਜਵਾਬ ਨਹੀਂ ਦੇ ਸਕਦਾ ਉਹ ਗੁਰੂ ਕਾਹਦਾ। ਤੇ ਸਾਡਾ ਗੁਰੂ ਉਹ ਆ ਜਿਹਦੇ ਕੋਲ ਜੋ ਮਰਜ਼ੀ ਆਪਾਂ ਸੈਂਕੜੇ ਸਵਾਲ ਕਰਕੇ ਲਈਏ ਤੇ ਇਹ ਜਵਾਬ ਦਿੰਦਾ, ਪਰ ਅਸੀਂ ਜਵਾਬ ਸੁਣਨ ਵਾਲੇ ਹੋਈਏ। ਇੱਕ ਬਹੁਤ ਵੱਡਾ ਸਾਡੀ ਕੌਮ ਦਾ ਵਿਦਵਾਨ ਹੋਇਆ, ਉਹ ਇੱਕ ਗੱਲ ਕਹਿੰਦਾ ਹੁੰਦਾ ਅਕਸਰ ਸਟੇਜ ਤੇ, ਕਹਿੰਦਾ ਸੰਗਤ ਜੀ ਤੁਹਾਡੇ ਸਿਰ ਤੇ ਨਾ ਜੋ ਦਸਤਾਰ ਬੰਨੀ ਆ, ਬੀਬੀਆਂ ਨੂੰ ਕੀ ਕਹਿੰਦਾ, ਜਿੰਨੀ ਤੁਹਾਡੇ ਸਿਰ ਤੇ ਦੁਪੱਟਾ ਚੁੰਨੀ ਪਹਿਨੀ ਹੋਈ ਹੈ ਨਾ, ਇਹ ਸਾਰੀ ਚੁੰਨੀ ਤੇ ਮਨੁੱਖ ਆਪਣੀ ਦਸਤਾਰ ਤੇ ਸਵਾਲ ਲਿਖ ਕੇ ਲਿਆਵੇ ਤੇ ਇੱਥੇ ਲਿਆ ਕੇ ਰੱਖ ਦੋ, ਇਹ ਗੁਰੂ ਸਾਰੇ ਸਵਾਲਾਂ ਦਾ ਜਵਾਬ ਦੇਊਗਾ। ਕਿੱਡੀ ਵੱਡੀ ਗੱਲ ਕਹੀ, ਛੋਟੀ ਨਹੀਂ ਕਹੀਗੀ। ਤੇ ਹੁਣ ਸਾਡੇ ਸੰਸਾਰ ਵਿੱਚ ਗੁਰੂ ਬਹੁਤ ਨੇ, ਪਰ ਜਦੋਂ ਸਵਾਲ ਹੋਵੇਗਾ ਤੇ ਉਹ ਸਵਾਲ ਦਾ ਜਵਾਬ ਨਹੀਂ ਦੇਣਗੇ, ਉਲਟਾ ਲੜਨਗੇ ਜ਼ਰੂਰ। ਇੱਥੇ ਹੁਣ ਤੀਜੇ ਪਾਤਸ਼ਾਹ ਨੇ ਕਿਹਾ ਵੀ ਤੂੰ ਆਹ ਗੱਲ ਦੀ ਗੌਰ ਕਰ, ਤੂੰ ਇਹ ਦੇਖ ਵੀ ਤੇਰੇ ਇਸ ਸੱਚੇ ਗੁਰੂ ਨਾਲੋਂ, ਸੱਚੇ ਗਿਆਨ ਨਾਲੋਂ ਹੋਰ ਕਿਤੇ ਕੋਈ ਵੱਡਾ ਗਿਆਨ ਰੱਬ ਹੈ ਤਾਂ ਤੂੰ ਵਗ ਜਾ। ਮੈਂ ਨਹੀਂ ਤੈਨੂੰ ਕਹਿੰਦਾ ਵੀ ਤੂੰ ਨਾ ਜਾਈਂ, ਪਰ ਜ਼ਰੂਰ ਜਾ, ਪਰ ਜਿਹੜਾ ਇਹਦੇ ਨਾਲੋਂ ਵੱਡਾ ਹੋਵੇ ਉਹਦੇ ਕੋਲੇ ਵਗ ਜਾ। ਗੱਲ ਖਤਮ। ਬਸ ਜਿਵੇਂ ਆਪਾਂ ਆਮ ਹੀ ਕਹਿ ਦਈਏ, ਮੰਨ ਲਓ ਮਾਂ ਪੁੱਤ ਨੂੰ ਕਹੇ, ਮਾਂ ਆਪਣੀ ਔਲਾਦ ਨੂੰ, ਧੀਆਂ ਨੂੰ, ਪੁੱਤਰਾਂ ਨੂੰ ਕਹੇ ਮੇਰੇ ਨਾਲੋਂ ਤੈਨੂੰ ਕੋਈ ਸਪੈਸ਼ਲ ਮਾਂ ਮਿਲਦੀ ਆ ਤਾਂ ਵਗ ਜਾ। ਤੇ ਜਿਹੜੇ ਸਿਆਣੇ ਬੱਚੇ ਆ ਨਾ, ਉਸ ਗੱਲ ਨੂੰ ਸਮਝਦੇ ਆ, ਮਾਂ ਮਾਂ ਹੀ ਹੁੰਦੀ ਆ, ਮਾਂ ਮਾਂ ਹੀ ਹੁੰਦੀ ਆ ਨਾ। ਮਾਂ ਦਾ ਜਿਹੜਾ ਦਰਜਾ ਨਾ ਦੁਨੀਆ ਦੇ ਵਿੱਚ ਕੋਈ ਹੋਰ ਸਰੀਰ ਨਹੀਂ ਲੈ ਸਕਦਾ। ਚਲੋ ਇਹ ਗੱਲ ਨਹੀਂ ਵੀ ਦੁਨੀਆ ਵਿੱਚ ਚੰਗੇ ਗੁਣਾਂ ਵਾਲੀਆਂ ਮਾਵਾਂ, ਚਾਚੀਆਂ, ਤਾਈਆਂ, ਮਾਸੀਆਂ, ਭੂਆ ਨਹੀਂ ਹਨ, ਹੈਗੀਆਂ ਨੇ ਚੰਗੇ ਗੁਣਾਂ ਵਾਲੀਆਂ, ਪਰ ਚੇਤਾ ਰੱਖਿਓ ਜਿਹੜਾ ਮਾਂ ਦਾ ਦਰਜਾ ਉਹ ਕੋਈ ਚਾਚੀ ਤਾਈ, ਕੋਈ ਭੂਆ, ਕੋਈ ਇੱਦਾਂ ਮਾਮੀ ਮਾਸੀ ਨਹੀਂ ਲੈ ਸਕਦੀਗੀ, ਪਰ ਮਾਂ ਮਾਂ ਹੀ ਹੁੰਦੀ ਆ। ਹੁਣ ਜਿਹੜਾ ਸਿਆਣਾ ਬੱਚਾ ਉਹ ਹੱਥ ਬੰਨ੍ਹ ਕੇ ਕਹੂਗਾ, ਮਾਂ ਜਿਹੜੀ ਤੂੰ ਮੈਨੂੰ ਗੱਲ ਕਹੀ ਆ ਨਾ, ਇਹ ਤਾਂ ਮੈਨੂੰ ਪਤਾ ਹੀ ਆ,
पता ही है ना भी मां का दर्जा होर कोई भी नहीं लै सकता, कोई भी नहीं लै सकता। वो मां भावें कीड़ी के रूप च आ, वो मां भावें पंछियां के रूप च आ, वो मां भावें पशुआं के जंगली जीवां के रूप च आ, वो मां भावें साडी मां, ਉਹਦਾ दर्जा नहीं कोई लै सकता। यही गल इत्थे गुरु मां ने कही आ, यही गल इत्थे गुरु मां ने कही आ। वो गल किहड़ी कहंदा भी जे तैनूं गुरु आ गुरु छड्ड के ना, गुरु मां नूं छड्ड के आ सच्चे ज्ञान परमेश्वर परमात्मा नूं छड्ड के जे तैनूं किते चंगा मिलदा तूं वग जा, गल खत्म। बस तू वग जा जे तैनूं चंगा मिलदा। जे असीं सियाणे होईए ते असीं की कहांगे, नहीं तेरे नालों वड्डा होर किते नहीं कोई है। जिवें बच्चे ने मां नूं कहा ना, तेरे वर्गी मां मैनूं कितों नहीं मिलनी गी, भावें मां ਉਹ कोझी शक्ल दी होवे, लंगड़ी होवे, अन्नी होवे, काणी होवे, जो मर्जी होवे, मां माई आ। इवें जिवें आ ਜਿਹੜੇ गुरु कोले आपां बैठे हैं ना, ਜਿਹੜਾ गुरु सानूं सच्चे परमात्मा बारे दस रहा गा, ते ਉਹ परमात्मा ਇਹ गुरु दी थां होर दुनिया विच कोई नहीं लै सकदा। बस इत्थे गल रुकदी आ, ਇਹਦੀ जगह होर नहीं कोई लै सकदा गा। आपां अपनी मनौत मुताबक भावें जो मर्जी बोली जाइए, पर हैरानी आ साडे तां गुरु बहुत बन गए। हैरानी आ असीं तां गुरु मां नूं रब मां नूं छड्ड के पता नहीं कित्थे कित्थे भागे। ये हैरानी आ अज दा पढ़िया लिखिया समाज। जिवें वैसे मेरे ध्यान च नहीं सी, कल दस्सिया किसी वीर ने अपना टोभा हुण खाली आ, नाल पता ना आपां नूं खाली आ। जिन्ना को चलो 20-50 मन पानी है इहदे च, सीवरेज का जिन्ना क पानी है वो तुहानूं पता ना ही तो पानी वो मींह का, चलो मान लो भी आपां मींह का पानी है, साफ पानी है, कोई गल नहीं, ना ही वो पानी किसी कस्सी का गा, ना ही किसी ट्यूबवैल का बोर का पानी है। पता ही है ना आपां नूं सीवरेज का पानी है। किन्नी पुट्ठी दुनिया, गड्डी दीयां लाइटां लाइयां ते माइयां उत्थों डोलू भर भर लिआउंदियां, कमाल आ यार। देखो गुरु की कह रहा, असीं की कर रहे हैं, गुरु की कहंदा असीं की कर रहे हैं। ये पढ़े लिखे समाज का नमूना भाई, जिहड़ा समाज अज कहंदा ना भी साडा परिवार तो बहुत पढ़िया लिखिया परिवार आ, ते पढ़िया लिखिया परिवार अपने घरां दे विच, चाहे वो पानी नहाउण लई वरते, मैनूं नहीं पता काहदे लई वरतिया जांदा, चाहे वो पानी दा छिट्टा मारदे ने, चाहे वो पानी नाल अपने मूँह ते छिट्टे मारदे ने, चाहे वो पानी नाल अपने परिवार ते अपने मੱਝਾਂ ਗਾਵਾਂ ते छिट्टे मारदे ने, पर चेता रखियो ਇਹ गंदे पानी दे विच अज लोग अपना नक डबो रहे नेगे। इन्ना कह सकते हैं आप गंदे पानी च। सोचो बिना गल तो बिना वजह तो आ सच्चे गुरु सच्चे परमात्मा नूं छड्ड के बंदा एक दा नहीं किन्ने जणियां दा बन के बह गया, किन्ने जणियां दा बन के बह गया। ये गल कही है गुरु साहब ने भी जे तैनूं आ सच्चे ज्ञान वाले गुरु नालों वड्डा गुरु ते ओ परमात्मा नालों किते डबल परमात्मा वड्डा परमात्मा मिलदा ना, तू वग जा भाई। मैं नहीं तैनूं कहंदा ना जा, जा, पर एक गल जरूर देख के जाई जे तैनूं मैथों वड्डा मिलदा गा। यही गल मां ने कही सी, मैथों चंगी मां मिलदी है ना पुत्त वग जा तू। वो मां भावें कोझी शकल दी सी, पर सियाणा बच्चा कहंदा मां तू मां ही आ, तेरी थां कोई होर नहीं लै सकदा, बस तेरी जगह ना कोई होर नहीं लै सकदा। इवें असीं सियाणे बन के कह दईए सच्चे पातशाह इदों पहलां भावें असीं टोबियां ते वागे, मड़ियां मसाणा कबरां ते वागे, इदों पहलां असीं भावें देहां कोले शरीरां कोले डेरियां च तुरे फिरदे रहे, पर तेरी थां कोई होर नहीं लै सकदा। बस इन्नी गल ही कहनी आपां, तेरी थां कोई होर नहीं लै सकदा। ऐ रब जी तेरे वर्गा होर कोई रब नहीं बन सकदा। जिवें किसी ने सवाल किया ना, रब ने सब कुछ बनाया भाई कि कुछ नहीं बनाया गा? सवाल की आ, रब ने सब कुछ बनाया हाँ कि कुछ भुल गया बनाउण करन नूं? प्रश्न अगला ये हैगा। पहले तो हाँ जवाब आ, दूजे का कि कुछ भुल गया। आपां कहांगे ना भुलिया तो कुछ नहीं बनाउण करन नूं। रब ने की छड्डिया बनाउण करन नूं? निगाह मार के वेखो उन्हें की कुछ बना दिता। उहदे बारे साडा दिमाग सोचदा सोचदा खोज करदा करदा एक दिन थक जूगा। जो कुछ रब ने बनाया उहदे ते सर्च करदिया करदिया मर जाएंगे, असीं खत्म हो जाएंगे। पर चेता रखियो वो रब ने, वो अगला वीर ना उही गल का जवाब दिंदा गा, वो रब ने एक चीज़ नहीं बनाई।
ਜਿਹਨੇ ਕਿਹਾ ਸੀ ਨਾ ਸਭ ਕੁਝ ਪਰਮਾਤਮਾ ਨੇ ਬਣਾਇਆ, ਇਹਦੇ 'ਚ ਕੋਈ ਸ਼ੱਕ ਨਹੀਂ। ਆਪਾਂ ਰੋਜ਼ ਹੀ ਕਹਿੰਦੇ ਆ ਸਭ ਕੁਝ ਪਰਮਾਤਮਾ ਨੇ ਬਣਾਇਆ, ਪਰ ਆਹ ਗੱਲ ਜ਼ਰੂਰ ਧਿਆਨ 'ਚ ਰੱਖੋ, ਰੱਬ ਨੇ ਦੂਜਾ ਰੱਬ ਨਹੀਂ ਬਣਾਇਆ। ਬਾਣੀ 'ਚ ਇੱਕ ਵੀ ਥਾਂ ਤੇ, ਗੁਰਬਾਣੀ ਦੇ ਵਿੱਚ ਇੱਕ ਵੀ ਥਾਂ ਤੇ ਇਹ ਨਹੀਂ ਲਿਖਿਆ ਮਿਲਦਾ ਵੀ ਉਹ ਪਰਮਾਤਮਾ ਦੋ ਰੂਪਾਂ 'ਚ, ਇੱਕ ਭੂੰਦੜ ਚੱਡ ਰਹਿੰਦਾ ਰੱਬ, ਬਾਲਿਆਂ ਵਾਲੀ ਕੋਰੜੇ ਚੱਡ ਰਹਿੰਦਾ ਰੱਬ, ਇਹ ਨਹੀਂ ਲਿਖਿਆ ਗਾ। ਬਠਿੰਡੇ ਜ਼ਿਲ੍ਹੇ 'ਚ ਅੱਡ ਰੱਬ ਆ ਤੇ ਫਰੀਦਕੋਟ 'ਚ ਅੱਡ ਹੈਗਾ, ਇਹ ਨਹੀਂ ਲਿਖਿਆ ਕਿਤੇ ਵੀ। ਜਿੱਥੇ ਲਿਖਿਆ ਇੱਕ ਦੀ ਗੱਲ ਕੀਤੀ ਹੈ ਬਸ। ਇੱਥੇ ਤੀਜੇ ਪਾਤਸ਼ਾਹ ਨੇ ਕਿਹਾ ਦੂਜਾ ਹੋਏ ਤਾਂ ਫਿਰ ਕੀ ਕਿਹਾਗਾ, ਸੋਝੀ ਪਾਏ। ਫਿਰ ਤੂੰ ਜਾਣਕਾਰੀ ਹਾਸਲ ਕਰਕੇ ਪੁੱਤ ਦੂਜੇ ਕੋਲੇ ਵਗ ਜਾ, ਜੇ ਤੈਨੂੰ ਇਹ ਰੱਬ ਨਾਲੋਂ ਕੋਈ ਹੋਰ ਰੱਬ ਵੱਡਾ ਦੀਂਦਾ। ਤੀਜੇ ਪਾਤਸ਼ਾਹ ਨੇ ਅੱਜ ਦੇ ਇਸ ਸਵਾਲ ਦੇ ਵਿੱਚ ਸਾਨੂੰ ਦੱਸਿਆ ਵੀ ਜੇ ਕੋਈ ਹੋਰ ਰੱਬ ਦੀਂਦਾ ਨਾ ਤੂੰ ਵਗ ਜਾ, ਕੋਈ ਗੱਲ ਨਹੀਂ, ਜੇ ਮੈਥੋਂ ਵੱਡਾ ਕੋਈ ਦੀਂਦਾ ਗਾ। ਇਹੀ ਗੱਲ ਮਾਂ ਨੇ ਕਹੀ ਆ, ਮੇਰੇ ਨੂੰ ਚੰਗੀ ਮਾਂ ਤੂੰ ਵਗ ਜਾ ਕਿਤੇ। ਅੱਛਾ ਜੇ ਪਤਨੀ ਕਵੇ ਨਾ ਮੇਰੇ ਨਾਲੋਂ ਚੰਗੀ ਪਤਨੀ ਤੈਨੂੰ ਕਿਤੇ ਮਿਲਦੀ ਹੈ ਤੇ ਵਗ ਜਾ, ਬੰਦਾ ਛੱਡ ਕੇ ਵਗ ਜਾਂਦਾ, ਕਿਉਂ? ਪਤਾ ਵੀ ਹਾਂ ਮਿਲ ਜੂ। ਜਾਂ ਪਤੀ ਪਤਨੀ ਨੂੰ ਕਵੇ, ਇਹ ਕੁਝ ਹੋ ਹੀ ਰਿਹਾ ਸਾਡੀ ਦੁਨੀਆ 'ਚ। ਪਰ ਜੇ ਮਾਂ ਕਵੇ ਨਾ, ਮਾਂ ਕਵੇ ਵੀ ਮੇਰੇ ਨਾਲੋਂ ਹੋਰ ਤੈਨੂੰ ਚੰਗੀ ਮਾਂ ਮਿਲਦੀ ਹੈ ਤੇ ਵਗ ਜਾ, ਸ਼ਾਇਦ ਸਿਆਣਾ ਬੰਦਾ ਤਾਂ ਨਹੀਂ ਇਹ ਕੰਮ ਕਰਦਾ ਵੀ ਤੇਰੇ ਨਾਲੋਂ ਚੰਗੀ ਮਾਂ ਮਿਲ ਜੂ। ਇਹ ਗੱਲ ਅੱਜ ਸਾਨੂੰ ਤੀਜੇ ਪਾਤਸ਼ਾਹ ਨੇ ਕਹੀ ਆ, ਇਦੋਂ ਚੰਗਾ ਗੁਰੂ ਮਿਲਦਾ ਜੀ ਸਦਕੇ ਜਾਓ, ਪਰ ਇਹਨੂੰ ਛੱਡ ਕੇ ਕਿਤੇ ਨਾ ਜਾਓ। ਇਹ ਛਪੜੀਆਂ ਤੇ ਜਗ ਕਰਕੇ ਰੱਬ ਨਹੀਂ ਮਿਲਦੇ ਹੁੰਦੇਗੇ, ਚਾਹੇ ਕੋਈ ਵੀ ਅਸੀਂ ਕਿੱਥੇ, ਸਾਡੀ ਅਵਸਥਾ ਕਿੱਥੇ ਰੁਕੀ ਹੋਈ ਹੈਗੀ, ਸੋਚ ਕੇ ਦੇਖੋ ਅਸੀਂ ਕਿੱਥੇ ਰੁਕੇ ਹੋਏ ਆਂਗੇ, ਇਹਨਾਂ ਧਿਆਨ ਮਾਰ ਕੇ ਵੇਖੋ। ਅਸੀਂ ਤਾਂ ਵਾਹਿਗੁਰੂ ਭਲਾ ਕਰੇ, ਅਸੀਂ ਤਾਂ ਐਡੇ ਚੰਗੇ ਗੁਰੂ ਨੂੰ ਵੀ ਟੋਬਿਆਂ ਤੇ, ਮੂਰਤਾਂ ਕੋਲੇ, ਹੋਰ ਗੰਦੇ ਮੰਦੇ ਥਾਵਾਂ ਤੇ ਲਿਜਾ ਕੇ ਸ਼ੁਰੂ ਕਰਤਾ ਕੰਮ ਲਿਜਾ ਕੇ। ਸੋਚਣ ਦੀ ਗੱਲ ਆ ਵੀ ਅਸੀਂ ਆਪ ਤਾਂ ਜਾਣੇ ਜਾਣਾ ਸੀ। ਇਹਨੂੰ ਕਿਹਾ ਤੈਨੂੰ ਵੀ ਅਸੀਂ ਖੰਡ ਪਾਠ ਦੇ ਰੂਪ 'ਚ ਲੈ ਕੇ ਜਾਵਾਂਗੇ, ਚੱਲ, ਤੈਨੂੰ ਵੀ ਸਹਿ ਪਾਠ ਦੇ ਰੂਪ 'ਚ ਲੈ ਕੇ ਜਾਵਾਂਗੇ, ਚੱਲ। ਕੀ ਇੱਦਾਂ ਹੀ ਕੁਛ ਹੋ ਜਾਊਗਾ? ਕੁਛ ਨਹੀਂ ਹੋਣਾ। ਇਹ ਪੜ੍ਹਾਈ ਹੈ ਨਾ ਜਿਹੜੀ ਸਕੂਲ ਦੇ ਵਿੱਚ ਹੀ ਜੱਚਦੀ ਆ, ਸਕੂਲ ਦੀ ਪੜ੍ਹਾਈ ਹੋਰ ਕਿਤੇ ਨਹੀਂ ਹੁੰਦੀ। ਉਹ ਸਕੂਲ ਦੇ ਬਣਾਏ ਹੋਏ ਕਾਨੂੰਨ ਦੇ ਤਹਿਤ ਕਮਰਿਆਂ ਦੇ ਵਿੱਚ ਲੱਗੇ ਹੋਏ ਸਮਰਾਟ ਬੋਰਡਾਂ ਤੇ ਹੀ ਕੀਤੀ ਜਾਂਦੀ ਆ, ਟੀਚਰਾਂ ਦੇ ਰਾਹੀਂ। ਜੇ ਉਹ ਕਹਿਣ ਨਾ ਚਲੋ ਅੱਜ ਦੀ ਆਪਾਂ ਜਿੰਨੀ ਸਕੂਲ ਦੀ ਇਮਾਰਤ ਆ ਗਈ ਇਹਨੂੰ ਛੱਡ ਕੇ ਇੱਥੋਂ ਦੇ ਕੰਪਿਊਟਰ ਵਗੈਰਾ ਨਿਯਮਾਂ ਨੂੰ ਤੋੜ ਕੇ ਜੋ ਵੀ ਸਾਧਨ ਨੇ ਪੜ੍ਹਾਈ ਕਰਨ ਦੇ ਇਹਨਾਂ ਨੂੰ ਛੱਡ ਕੇ ਚਲੋ ਆਪਾਂ ਨਾਲ ਲੱਗਦੇ ਛੱਪੜ ਤੇ ਬਾਅਦ ਚੱਲਦੇ ਹਾਂ। ਜਾਂ ਅੱਜ ਤੱਕ ਆਪਾਂ ਭੁੰਦੜ ਵਾਲਿਆਂ ਨੇ ਦੇਖਿਆ ਹੋਣਾ ਕਿਤੇ ਵੀ ਨਾਲ ਲੱਗਦਾ ਗੁਰਦੁਆਰਾ ਸਾਹਿਬ, ਅੱਜ ਆਪਾਂ ਬੱਚੋ ਸਕੂਲ 'ਚ ਨਹੀਂ ਪੜ੍ਹਨਾ, ਆਪਾਂ ਗੁਰਦੁਆਰੇ ਜਾ ਕੇ ਸਾਰੀ ਪੜ੍ਹਾਈ ਕੰਪਲੀਟ ਕਰਨੀ ਆ। ਮੈਨੂੰ ਤਾਂ ਨਹੀਂ ਲੱਗਦਾ ਵੀ ਕੋਈ ਇਹੋ ਜਿਹਾ ਟੀਚਰ ਆਇਆ ਹੋਊਗਾ। ਜਿੱਥੇ ਜੋ ਕੰਮ ਕਾਰਜ ਦੇ ਲਈ ਕੋਈ ਵੀ ਸਾਧਨ ਬਣਿਆ ਨਾ ਉੱਥੇ ਉਹੀ ਕੁਛ ਹੁੰਦਾ ਗਾ। ਤੇ ਜੇ ਸਾਡਾ ਗੁਰੂ ਆ ਨਾ ਇੱਥੇ ਕਲਾਸ ਲਾਉਂਦਾ, ਹਾਂ ਕਲਾਸ ਲਾ ਲਓ ਜੀ ਸਦਕੇ, ਜਿੱਥੇ ਮਰਜ਼ੀ ਲਿਜਾ ਸਕਦੇ ਆ ਕਲਾਸ ਲਾਉਣ ਦੇ ਲਈ, ਸਿੱਖਣ ਦੇ ਲਈ। ਪਰ ਸਾਡੀ ਅਵਸਥਾ ਕੀ ਬਣ ਗਈ? ਅਸੀਂ ਉਦਾਂ ਹੀ ਤੋਰੀ ਫਿਰਦੇ ਹਾਂ। ਸੋਚਣ ਵਾਲੀ ਗੱਲ ਆ। ਅੱਗੇ ਗੁਰੂ ਸਾਹਿਬ ਜੀ ਕਹਿੰਦੇ ਨੇ ਤਿਸ ਤੇ ਦੂਜਾ ਨਾਹੀ ਕੋਈ, ਤਿਸ ਕੀ ਕੀਮਤ ਕਿੱਕੂ ਪਾਏ। ਕਿੱਕੂ ਤੋਂ ਭਾਵ ਕਿਵੇਂ? ਉਹ ਪਰਮਾਤਮਾ ਦੀ, ਉਹ ਗੁਰੂ ਦੀ ਕੀਮਤ ਅਸੀਂ ਪਾ ਨਹੀਂ ਸਕਦੇ, ਉਹਦੀ ਕੀਮਤ ਅਸੀਂ ਚੁਕਾ ਨਹੀਂ ਸਕਦੇਗੇ। ਆਪ ਸਰਾਫ ਕਸਵੱਟੀ ਲਾਏ। ਉਹ ਪਰਮਾਤਮਾ ਨਾ ਭਾਈ ਸਰਾਫ ਆ, ਆਪੇ ਆਪ ਹੀ ਕਸਵੱਟੀ ਲਾਉਂਦਾ, ਪਰਖਦਾ ਵੀ ਆਪ ਹੀ ਆ, ਉਹ ਪਰਖ ਕਰਨ ਵਾਲਾ ਵੀ ਆਪ ਆ ਤੇ ਕਸਵੱਟੀ ਵੀ ਆਪ ਆ ਉਹ। ਤੇ ਗੁਰੂ ਪਾਤਸ਼ਾਹ ਨੇ ਬਾਣੀ 'ਚ ਲਿਖਿਆ ਨਾ, ਰਾਮ ਕਸੌਟੀ ਸੋਸ ਹੈ। ਜਿਹੜਾ ਵੀ ਰਾਮ ਦੀ, ਪਰਮੇਸ਼ਰ ਪਰਮਾਤਮਾ ਦੀ ਕਸਵੱਟੀ ਝੱਲ ਜਾਂਦਾ ਹੈ, ਜਿਹੜਾ ਵੀ ਝੱਲ ਗਿਆ ਉਹਦਾ ਜੀਵਨ ਸਫਲ ਹੋ ਜਾਂਦਾ। ਜਿਹਨੇ ਵੀ 12 ਸਾਲ 15 ਸਾਲ 20 ਸਾਲ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦੇ ਵਿੱਚ ਦੱਬ ਕੇ ਮਿਹਨਤ ਕੀਤੀ ਆ ਤੇ ਉਹੀ ਸਫਲ ਜ਼ਿੰਦਗੀ ਜਿਉਂਦਾ ਗਾ। ਉਹੀ ਜਿਉਂਦਾ ਨਾ, ਜਿਹਨੇ ਮਿਹਨਤ ਨਹੀਂ ਕੀਤੀ ਉਹ ਨਹੀਂ ਜਿਉਂਦਾ ਗਾ। ਇੱਥੇ ਲਿਖਿਆ ਜਿਹੜਾ ਵੀ ਰਾਮ ਕਸਵੱਟੀ, ਜਿਹੜਾ ਵੀ ਸਹਿ ਲੈਂਦਾ ਗਾ। ਫਿਰ ਇੱਥੇ ਗੁਰੂ ਸਾਹਿਬ ਜੀ ਕਹਿੰਦੇ ਤਿਸ ਕੀ ਕੀਮਤ ਕਹੀ ਨਾ ਜਾਏ। ਫਿਰ ਉਹਨਾਂ ਦੀ ਕੀਮਤ ਕਹੀ ਨਹੀਂ ਜਾ ਸਕਦੀ। ਫਿਰ ਪਾਤਸ਼ਾਹ ਨੇ ਕਿਹਾਗਾ ਸਰਾਫ ਕਸਵੱਟੀ ਲਾਏ, ਆਪੇ ਪਰਖੇ ਆਪ ਚਲਾਏ। ਉਹ ਆਪ ਹੀ ਸਾਨੂੰ ਪਰਖ ਕਰਵਾਉਂਦਾ ਤੇ ਆਪ ਹੀ ਸਾਨੂੰ ਪਰਖ ਦੇ ਵਿੱਚ ਫਸਾਉਂਦਾ ਵੀ ਆਹ ਪਰਖ ਦੇ ਵਿੱਚ ਤੈਨੂੰ ਮੈਂ ਪਰਖ ਕੇ ਵੇਖਣਾਗਾ, ਤੂੰ ਫਾਸੇ ਦੇ ਵਿੱਚ। ਮਤਲਬ ਆਪ ਹੀ ਸਾਨੂੰ ਉਹ ਮਾਇਆ ਨਾਲ ਜੋੜਦਾ। ਮਾਇਆ ਵੀ ਉਹਦੀ ਆ ਤੇ ਮਾਇਆ ਤੋਂ ਅਸੀਂ ਬਚਣਾ ਵੀ ਹੈ। ਇਹ ਨਹੀਂ ਹੈ ਵੀ ਬਚਣ ਦਾ ਸਾਧਨ ਉਹਨੇ ਨਹੀਂ ਦੱਸਿਆ, ਬਚਣ ਦਾ ਸਾਧਨ ਵੀ ਦੱਸਿਆ ਤੇ ਨਾਲ ਮਾਇਆ ਵੀ ਬਣਾਈ ਆ।
फिर पातशाह जी कहते ने आपे तोले पूरा होए आपे जाने एको सोए। तो आप इक्को ही है जानन वाला, पूरा दाता इक्को ही है, उहदे बारे आपां विचार कर ली। फिर गुरु साहब जी कहते ने, कहते माया का रूप सब तिसते होए। जिन्ने भी जीव इत्थे आपां सारे नज़र मार के वेख रहे हैं, इस माया दे विषय ते तुसीं सारे जाणू हो भी माया किस चीज़ नूं कहा गया गा। कई बार साडा दिमाग कल्ले पैसिਆਂ ते वग जांदा, पैसिਆਂ दी गल नहीं कीती भी आ, पर जिन्नी क असीं उस गल नूं अपने दिमाग च वसा लैने उन्नी गल नहीं कीती। इत्थे माया तो भाव जो भी वस्तु बस सानू गुरु नालों तोड़ देवे, जो भी वस्तु सानू गुरु ना तोड़ देवे वो माया। जिवें परख करन वास्ते ना, परख करन वास्ते पहली माया किहड़ी आ? पहली माया देखो बच्चे नूं उदों ना 1 रुपये बारे पता भी की है, ये ना 10 दा, ना 20 दा, ना 100 दा, कोई पता नहीं। छोटे छोटे बच्चों का जन्म हुंदा, आपां उन्हां बच्चों की खुशी विच चांदी दे सोने दे कंगण भी करा के दे देने। वो बच्चे नूं कोई चांदी सोने बारे नहीं पता, नहीं पता ना, उन्होंने कासे बारे नहीं पता हैगा। चाहे रुपइयां की गल करिए, चाहे चांदी सोने की गल करिए, पर जे देखा जाए उस वक्त बच्चे नूं चांदी सोने रुपइयां बारे कुछ नहीं पता। साडे ध्यान च तो उही माया आ गई, साडे बाबिਆਂ ने ध्यान च भी साडे उही लिआंदी आ। पर जे देखा जाए वो बच्चे लई उस टाइम ते एक माया, जिहड़ी माया है वो ना मां ने ना दुनिया के किसी होर वीर भैन ने, भरा ने, दादे दादी ने, उन्होंने नहीं तैयार की। जिहड़ी माया दे विचों फस गया वो माया परमात्मा ने आप तैयार की है। वो माया किहड़ी है? अमृतमई दुध, माता दा अमृतमई दुध। जिस दुध दे परथाए गुरु साहब ने लिखिया बच्चे ते मतलब साडे ते सारे जीवां ते पहली माया वो प्रभाव पा जांदी है। अपना पहली माया वो प्रभाव पाउंदी आ, होर नहीं कोई उत्थे माया। ना लीड़ा कपड़ा, ना कोई खिलौने, ना कोई होर किसी भी तरह की गल कर ली, होर कुछ नहीं। पहले प्यार लगा थण दुध। ते दूजी माया किहड़ी आ? मां प्यो दा प्यार, मां प्यो दे प्यार च बच्चा, बच्चे दे प्यार च मां प्यो। गुरु नूं रुट गए। निगाह मार के देखो, पहलां तुहाडी अरदास हुंदी ना, पोता हो जे पोती हो जे, वाहिगुरू सब नूं देवे। पुत्र मिठड़े धीआं मिठड़ियां मेवे ने, वाहिगुरू परमात्मा सब नूं देवे, किसी तो लुकोवे ना। पर एक गल जरूर ध्यान च रखनी कि मेरियां आ अखां ने वो लोग वेखे ने जिन्हां नूं कुछ मिल जांदा वो दूजे दिन ही उहनों हट जांदे ने। चलो माफ़ करना, मैं नहीं कहता भी तुसीं आओ, तुहाडी अपनी इच्छा, आउणा आओ, नहीं आउणा ना आओ, अपनी मत आ। पर लोग हट जांदे, कहंदे हुण तां जिहड़ा कुछ लैणा सी मिल गया, हुण असीं उत्थे करनी आना। साडा ध्यान इत्थे रुकिया होया। गुरु कहंदा कोई गल नहीं, तू ना जी सदके ना ही, कोई चक्कर नहीं, मैं तो इत्थों कराउणागा। पर गल इह है भी आ क्लास विचों स्कूल विचों तैनूं कुछ मिलना सी, पर तू लैणों हट गया। हुण की हो गया? पहले प्यार लगा थण दुध, दूजा माए बाप की सुध, भया भाभी भेव, चौथा प्यार उपन्नी खेड़। इदां माया माया बनदी 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 माया मनुख ते इन्नी हावी हो जाती है, मनुख एक दिन रब नालों बिल्कुल दूर हो जाता। फिर गुरु ने रोज़ सानू की कहागा? ये माया जित हर विसरै। फिर उत्थे माया किहड़ी सी? माता दा दुध, मां दे दुध ने रब नूं तोड़ता। ये माया जित हर विसरै। जिहड़े भी कम्मां करके असीं गुरु नालों टुट जाइए, बस ਉਹੀ ਕਾਰਜ, ਉਹੀ ਪਦਾਰਥ, ਉਹੀ ਸਾਧਨ ਸਾਡੇ ਲਈ ਮਾਇਆ ਦਾ ਰੂਪ ਬਣ ਜਾਂਦੇ ਨੇ। ਤੇ ਉੱਥੇ ਬਾਣੀ 'ਚ ਕੀ ਲਿਖਿਆ? ਮਾਇਆ ਹੋਏ ਨਾਗਣੀ ਜਗਤ ਰਹੀ ਲਪਟਾਏ, ਇਸकी सेवा ਜੋ ਕਰੈ ਤਿਸ ਹੀ ਕੋ ਫਿਰ ਖਾਏ। ਸਾਡਾ ਧਿਆਨ ਇੱਥੇ ਕੀ ਵਗ ਜਾਂਦਾ? ਪੈਸਿਆਂ ਤੇ। ਦੇਖੋ ਪੈਸਿਆਂ ਨੂੰ ਮਾਇਆ ਕਿਹਾ, ਮੈਂ ਨਹੀਂ ਕਹਿੰਦਾ ਵੀ ਨਹੀਂ ਕਿਹਾਗਾ, ਪਰ ਗੱਲ ਕੀ ਆ? ਉਹ ਮਾਇਆ ਕਿਹੜੀ ਆ? ਹੁਣ ਪਹਿਲਾਂ ਦੁੱਧ ਡੰਗ ਮਾਰ ਗਿਆ, फिर माता पिता की जान पछाण प्यार डंग मार गया, फिर खिलौने डंग मार गए, खिलौने तो बाद जवानी चढ़ गई, फिर जवानी डंग मार गई। आ माया नूं कहा भी डंग एं बार बार डंग इउं वजदा गा। कोई कोई हुंदा साहब श्री गुरु नानक साहिब वर्गा जिहड़ा इह डंग तो बच जावे, कोई कोई हुंदा गा जिहड़ा इस डंग तो गुरु गोबिंद सिंह महाराज वर्गी रब्बी रूह बच जावे।
कोई कोई हुंदागा इस डंग तो बचण वाला, बाबा अजीत सिंह, बाबा जुझार सिंह, बाबा जोरावर सिंह ते बाबा फतेह सिंह वर्गे ਜਿਹੜੇ बच गए। काश ਅਸੀਂ भी अपने आप ਨੂੰ ਤੇ ਆਪਣੀ ਔਲਾਦ ਨੂੰ ਬਚਾ ਸਕਦੇ ਹਾਂ, ਪਰ ਜੇ ਥੋੜਾ ਥੋੜਾ ਉਹਨੂੰ ਬਾਣੀ ਨਾਲ ਜੋੜ ਲਈਏ। ਦੇਖੋ 100% ਆਪਾਂ ਨਹੀਂ ਬਚਾ ਸਕਾਂਗੇ, ਮੈਂ ਇਸ ਗੱਲ ਤੇ ਯਕੀਨ ਕਰਦਾ, ਪਰ ਆਪਾਂ ਨੂੰ ਸਿਆਣੇ ਦੀ ਕਹਾਵਤ ਆ ਨਾ, 100 ਦੇ ਵਿੱਚੋਂ 50, 25, 12.5 ਜਿੰਨਾ ਵੀ ਤੂੰ ਬਚਾ ਸਕਦਾ ਬਚਾਉਣ ਦੀ ਕੋਸ਼ਿਸ਼ ਕਰ। ਏਕ ਘੜੀ आदि घड़ी आदि हूं ते आद भगतन सेती गोष्टे जो कीनो, जिन्ना भी तू प्राप्त कर लेगा उन्ना ही चंगा गा। फिर गुरु साहब जी कहते ने ये सारा कुछ भाई परमात्मा ने रूप बनाया गा, किसी नूं इधरले पासे ते किसी नूं इधरले पासे वो जोड़ लैंदा है, वो वाहिगुरू दी कृपा है। अगे गुरु साहब कहते जिसनूं मिले सो निर्मल होए, जिन्हों अपने नाल मिल लैंदा वो निर्मल हो जाता, वो पवित्र हो जाता गा। जिसनों लाए लगे तिस आए, सब सच दिखाले तां सच समाए। सच दे विच लीन कौन हुंदा? जो सच दा आशिक होवे वो सच दे विच समा जांदा है। फिर पातशाह जी कहंदे आपे लिवतांत है आपे, आपे बूझ बुझाए आपे जापे। वो परमात्मा आप ही सानू बूझ दिंदा, पर वो तो मंग गए आपां। आपे सतगुर शब्द है आपे, सतगुर भी आपे है ते शब्द भी आपे है। आपे सतगुर शब्द है आपे, नानक आख सुनाए आपे। वो समझाउण वाला भी आप आ, वो फसाउण वाला भी आप आ, वो कसवट्टी ते ला के कसवट्टी दे विचों परख करवा के ना विचों कढ़ण वाला भी आप है। चार चफेरे वो आप ही आप है। सो इत्थों तक अज दी विचार समाप्त। बोलदियां तो अखर वध घट रह जांदा, संगत गुरु साहब बख्शण जोग ने। धन्नवाद जी। होईयां भुलां दी खीमा। वाहिगुरू जी का खालसा, वाहिगुरू जी की